Fateh Ali Khan died earlier today. The following programme had already been scheduled, but now Channel 4 is showing it as a special tribute to the maestro. नई शान दिखा देता है, दीदारे शौक को हैरान बना देता है, दीदारे शौक को हैरान बना देता है। डाली डाली तेरी तकलीफ के गुल गाती है, डाली डाली तेरी तकलीफ के गुल गाती है, पत्ता पत्ता तेरी कुदरत को बता देता है। अल्लाह 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 अल्लाह। कवाली ਦੇ ਬਾਰੇ ਸਾਨੂੰ ਦੱਸੋ ਕਿ ਕੀ ਚੀਜ਼ ਹੈ, ਕੀ ਇਸ ਦੀ ਸਾਡੀ ਰਵਾਇਤ ਹੈ। कवाली जी है ना साड़ी रवायत चली आ रही है, ये 1000 साल पहले पुरानी चीज़ है, क्योंकि साढ़े बड़े बहुत बड़े बुजुर्ग होए हैं, हज़रत दादा गंज बख्श रहमतुल्लाह अलैह, उन्होंने 1000 साल हो गए, उन्होंने कशफुल मजूब उन्होंने बड़ी मशहूर किताब है, ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ, ਕਿਉਂਕਿ ਇੱਕ ਕਵਾਲੀ ਜਿਹੜੀ ਸੀ ਨਾ ਇਹ ईरान इराक तुर्की अफगानिस्तान ਇਹਨਾਂ ਇਲਾਕਿਆਂ ਦੇ ਵਿੱਚ ਹੁੰਦੀ ਸੀ ਪਹਿਲੇ। ਤੇ ਉੱਥੇ ਦੀਆਂ ਜਿਹੜੀਆਂ ਜ਼ਬਾਨਾਂ ਸੀ, ਮਿਸਾਲ ਦੇ ਤੌਰ 'ਤੇ ਅਰਬੀ ਜਾਂ ਫਾਰਸੀ ਉਹਦੇ ਵਿੱਚ ਹੁੰਦੀ ਸੀ। ਇਹਦੇ ਵਿੱਚ ਅਕਸਰ ਆਰਫਾਨਾ ਕਲਾਮ ਜਾਂ ਅੱਲਾਹ ਤਾਲਾ ਦੀ ਸਿਫਤੋ ਸਨਾ, ਨਾਜ਼ ਸ਼ਰੀਫ, ਆਰਫਾਨਾ ਕਲਾਮ ਇਹ ਗਾਇਆ ਜਾਂਦਾ ਸੀ। ਪਹਿਲੇ ਫਾਰਸੀ ਦੇ ਵਿੱਚ ਇਹਦਾ ਹੁੰਦਾ ਸੀ ਸਾਰਾ। ਉਸ ਤੋਂ ਬਾਅਦ ਜਦੋਂ ਹਿੰਦੁਸਤਾਨ ਦੇ ਵਿੱਚ ਆਈ, ਬਜ਼ੁਰਗ ਫਿਰ ਜਿਹੜੀ ਤਬਲੀਗ ਕਰਨ ਵਾਸਤੇ ਆਏ ਨਾ ਇਸਲਾਮ ਦੀ, ਤਾਂ ਫਿਰ ਨਾਲ ਹੀ ਖਾਜਾ ਮੋਇਨੂਦੀਨ ਚਿਸ਼ਤੀ ਅਫਗਾਨਿਸਤਾਨ ਦੇ ਵਿੱਚੋਂ ਆਏ, ਤਸ਼ਰੀਫ ਲੈ ਕੇ ਆਏ ਹਿੰਦੁਸਤਾਨ 'ਚ ਅਜਮੇਰ ਸ਼ਰੀਫ ਦੇ ਵਿੱਚ। ਉੱਥੇ ਵੀ ਆ ਕੇ, ਕਿਉਂਕਿ ਉਸ ਵਕਤ ਦੇ ਵਿੱਚ ਬੜਾ ਹਿੰਦੁਸਤਾਨ ਜਿਹੜਾ ਸੀ ਨਾ ਉਹ ਬੜਾ ਇੱਕ ਤਹਿਜ਼ੀਬ ਦਾ ਗੜ੍ਹ ਸੀ। ਉਹਦੇ ਵਿੱਚ ਆਪ ਨੇ ਆ ਕੇ ਦੇਖਿਆ ਵੀ ਇਹਦੇ ਵਿੱਚ ਲੋਕਾਂ ਨੂੰ ਮੌਸੀਕੀ ਨਾਲ, ਰਕਸੋ ਮੌਸੀਕੀ ਦੇ ਨਾਲ ਉਹਨਾਂ ਨੂੰ ਜ਼ਿਆਦਾ ਲਗਾਓ ਹੈ। ਆਪ ਨੇ ਫਿਰ ਇਹਦੇ ਵਿੱਚ ਇਹਦੇ ਜ਼ਰੀਏ ਕਾਫੀ ਲੋਕਾਂ ਨੂੰ ਆਪਣਾ ਇਸਲਾਮ ਦੇ ਉੱਤੇ ਸ਼ਰਫ ਇਸਲਾਮ ਕੀਤਾ। ਉਹਨਾਂ ਨੇ ਉਹਨਾਂ ਨੂੰ ਕਵਾਲੀ ਜਿਹੜੀ ਸੀ ਨਾ ਉਹਦਾ ਸਹੀ ਮਕਸਦ ਉਸ ਵੇਲੇ ਨੂੰ ਸਮਾ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਮੁਰੀਦ ਸੀ, ਖਾਜਾ ਕੁਤਬੁੱਦੀਨ ਬਖਤਿਆਰ ਕਾਕੀ ਜਾਂ ਬਾਬਾ ਫਰੀਦੁद्दीन गंज शकर या ख्वाजा निज़ामुद्दीन औलिया, हज़रत अमीर खुसरो, हज़रत अलाउद्दीन अली अहमद साबर, इन्होंने लोगों ने बड़ा कवाली का चिश्ती सिलसिले च बड़ा इसका प्रचार होया। तो खास तौर पर हज़रत अमीर खुसरो उन्होंने बड़ी इस बारे दे विच कंट्रीब्यूशन है, और उन्होंने ये बहुत ही उन्होंने अमल दखल है। ये नवियाँ इख्तरावां कीतियां उन्होंने कवाली। तो उस तो पहले इसका नाम जोड़ा सी ना समा सी, उन्होंने दौर च कवाली रखा गया। और मज़ीद उन्होंने इख्तरावां ये कीतियां भी जिहड़ियां उस तो पहले इलाकाई ज़बानां, मिसाल तौर पर पूर्वी भाषा वो शामिल हुई इहदे विच जी। और क्लासिकल जिहड़ा सी उन्होंने अरबी रागां दा मिक्स करके हिंदुस्तानी राग और तुर्की राग, ईरानी राग उन्होंने शामिल करके नईयां शक्लां, नईयां इजादां कीतियां। इस तो बाद उन्होंने कौल, कलबाना, तराना, नक्श, गुल, ऐसी चीज़ां, और इस तो अलावा साज उन्होंने ईजाद किए, सितार, तबला। तो वो असी जितने भी कवाली जी ना ये उन्होंने नक्शे कदम के उत्ते चलते हुए होंगी है। तो असी सारा उन्होंने हज़रत अमीर खुसरो नूं सारा अपना इस चीज़ का उन्होंने मनते हैं। मज़द सामीन ग्रामी, अभी हम हमद बारी ताला पेश कर रहे थे, और महफ़िल समा के या महफ़िल कवाली के तकाज़ों को मलहूज़ खातिर रखते हुए इसमें कुछ मजहबी चीज़ें पेश करूँगा, और उसके बाद फिर आपको आरफाना रंग और लाइट चीज़ें पेश करूँगा। तो समात फरमाएँ। हमद बारी ताला के बाद नाज शरीफ पंजाबी में।
ਸਾਰੇ ਨਬੀਆਂ ਦਾ ਸਾਰੇ ਨਬੀਆਂ ਦਾ ਸਾਰੇ ਨਬੀਆਂ ਦਾ ਨਬੀ ਤੂੰ ਇਮਾਮ ਸੋਹਣਿਆ ਸਾਰੇ ਨਬੀਆਂ ਦਾ ਨਬੀ ਤੂੰ ਇਮਾਮ ਸੋਹਣਿਆ ਲੱਖਾਂ ਤੇਰੇ ਤੇ ਦਰੂਦ ਤੇ ਸਲਾਮ ਸੋਹਣਿਆ। ਤੁਹਾਨੂੰ ਪਤਾ ਹੋਏਗਾ ਤੁਹਾਡੇ ਦੇ ਖਾਨਦਾਨ ਵਿੱਚ ਬੜੀ ਪੁਰਾਣੀ ਰਵਾਇਤ ਕਿ ਇਰਾਕ ਤੇ ਤੁਰਕੀ ਤੇ ਜਦੋਂ ਕਵਾਲੀ ਦੀ ਬੜੀ ਪੁਰਾਣੀ ਰਵਾਇਤ ਹੈ ਇਹੀਓ ਸ਼ਕਲ ਸੀ ਜਾਂ ਇਸ ਤੋਂ ਥੋੜੀ ਜਿਹੀ ਮੁਖਤਲਿਫ ਸੀ ਪੁਰਾਣੀ ਸ਼ਕਲ ਇਸ ਦੀ? ਨਹੀਂ ਜੀ, ਉਹ ਮੇਰੀ ਗੱਲ ਉਹ ਇੱਕ ਪੁਰਾਣੀ ਜਿਹੜੀ ਚੀਜ਼ ਹੁੰਦੀ ਨਾ ਉਹ ਚੱਲੀ ਆ ਰਹੀ ਇਸ ਤਰ੍ਹਾਂ ਸੀ ਬਸੀ ਨਾ, ਮਗਰ ਇਹਦੇ ਵਿੱਚ ਜ਼ਮਾਨੇ ਦੇ ਲਿਹਾਜ਼ ਨਾਲ ਥੋੜ੍ਹੀ ਜਿਹੀਆਂ ਇਹਦੇ ਵਿੱਚ ਉਹ ਨਵੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਆਈਆਂ। ਮਿਸਾਲ ਦੇ ਤੌਰ 'ਤੇ ਜਿਹੜੀ ਉਸ ਤੋਂ ਪਹਿਲੇ ਕਵਾਲੀ ਹੁੰਦੀ ਸੀ ਉਹ ਉਸ ਦੌਰ ਦੇ ਵਿੱਚ ਨਹੀਂ ਸੀ। ਹਜ਼ਰਤ ਅਮੀਰ ਖੁਸਰੋ ਨੇ ਜਿਹੜੀ ਨਵੀਆਂ ਚੀਜ਼ਾਂ ਉਹਦੇ ਵਿੱਚ ਇਲਾਕਾਈ ਜ਼ਬਾਨਾਂ ਸ਼ਾਮਲ ਹੁੰਦੀਆਂ ਆਈਆਂ, ਉਹ ਸ਼ਾਮਲ ਜਦੋਂ ਹੋਈਆਂ ਤਾਂ ਇੱਕ ਉਹਦਾ ਇੱਕ ਉਸੇ ਦੇ ਇਲਾਕੇ ਦੇ ਕਲਚਰ ਦੇ ਰਾਗ ਜਿਹੜੇ ਹੁੰਦੇ ਆ ਉਹ ਸ਼ਾਮਲ ਹੁੰਦੇ ਆ। ਉਹ ਐਸੀਆਂ ਚੀਜ਼ਾਂ ਕੀ ਸ਼ਾਮਲ ਹੁੰਦੀਆਂ ਜਿਹੜੀਆਂ ਇਹਨੂੰ ਖੂਬਸੂਰਤੀ ਦੇ ਵਿੱਚ ਇਜ਼ਾਫਾ ਕਰਦੀਆਂ। ਤੇ ਸਾਡੇ ਵਾਲਿਦ ਸਾਹਿਬ ਨੇ ਪੰਜਾਬ ਦੇ ਵਿੱਚ ਕਵਾਲੀ ਜਿਹੜੀ ਸੀ ਨਾ ਉਹਦਾ ਜਿਹੜਾ ਰੁਖ ਚੇਂਜ ਕੀਤਾ ਉਹਨਾਂ ਨੇ। ਕਵਾਲੀ ਉਹਨਾਂ ਨੇ ਔਰ ਇਸ ਕਲਾਮ ਤੋਂ ਇਲਾਵਾ ਉਹਨਾਂ ਨੇ ਉਹਦੇ ਵਿੱਚ ਜਿਹੜਾ ਉਹ ਕੰਮ ਕੀਤਾ ਜਿਹੜਾ ਉਸ ਤੋਂ ਪਹਿਲੇ ਨਹੀਂ ਸੀ ਹੁੰਦਾ, ਕੋਈ ਕਵਾਲ ਨਹੀਂ ਸੀ ਕਰਦਾ। ਮਿਸਾਲ ਦੇ ਤੌਰ 'ਤੇ ਕਵਾਲੀ ਜਿਹੜੀ ਸੀ ਨਾ ਉਹਦੇ ਵਿੱਚ ਉਹਨਾਂ ਨੇ ਧੁਰਬਤ ਅੰਗ ਔਰ ਖਿਆਲ ਅੰਗ ਸ਼ਾਮਲ ਕੀਤਾ। ਔਰ ਧੁਰਬਤ ਅੰਗ ਦਾ ਹੁੰਦਾ ਉਹਦੀ ਇੱਕ ਅਲੱਗ ਬੰਦਿਸ਼ ਹੁੰਦੀ ਹੈ, ਉਹਦਾ ਬੋਲਾਂ ਦੇ ਹਿਸਾਬ ਨਾਲ ਲੈ ਦੇ ਨਾਲ ਦਾ। ਮੇਰੇ ਵਾਲਿਦ ਸਾਹਿਬ ਜਿਹੜੇ ਸੀ ਉਹਨਾਂ ਦਾ ਅੰਦਾਜ਼ ਧੁਰਬਤ ਅੰਗ ਦੇ ਨਾਲ ਪੇਸ਼ ਕਰਦੇ ਸੀ ਕਵਾਲੀ ਨੂੰ, ਤੇ ਮੇਰੇ ਤਾਇਆ ਜੀ ਜਿਹੜੇ ਸੀ ਉਹ ਖਿਆਲ ਅੰਗ ਦਾ ਔਰ ਧੁਰਬਤ ਅੰਗ ਦਾ ਦੋਨਾਂ ਦਾ ਮੇਲ ਉਹਨਾਂ ਨੇ ਜਦੋਂ ਕਰਕੇ ਕਵਾਲੀ ਕੀਤੀ ਤਾਂ ਫਿਰ ਉਹਨਾਂ ਨੇ ਇੱਕ ਨਵਾਂ ਇੱਕ ਦਾ ਰੰਗ ਨਜ਼ਰ ਆਇਆ। ਔਰ ਉਸ ਤੋਂ ਬਾਅਦ ਅਸੀਂ ਵੀ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਉਹਨਾਂ ਦੀਆਂ ਰਵਾਇਤ ਨੂੰ ਅੱਗੇ ਵਧਾਇਆ। ਆਪਣੇ ਕੋਲੋਂ ਵੀ ਅਸੀਂ ਕਈ ਜਿਹੜੀਆਂ ਪੁਰਾਣੀਆਂ ਧੁਨਾਂ ਜਿਹੜੀਆਂ ਚੱਲੀਆਂ ਆ ਰਹੀਆਂ ਬਜ਼ੁਰਗਾਂ ਦੀਆਂ ਉਹੀ ਹੈ ਜਿਹੜੀ ਅਸੀਨਾ ਵਸੀਨਾ ਸਾਡੇ ਯਾਦ ਹੈ। ਅਤੇ ਉਹਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਅਗਰ ਅਸੀਂ ਮੌਜੂਦਾ ਦੌਰ ਦੇ ਵਿੱਚ ਵੀ ਅਸੀਂ ਕੋਈ ਕਲਾਮ ਅਸੀਂ ਲਿਖਾਉਣੇ ਆ ਮਤਲਬ ਤਾਂ ਉਹਨਾਂ ਨੂੰ ਜ਼ਿਹਨ 'ਚ ਰੱਖ ਕੇ ਹੁਣ ਸੁਰ ਉਹੀ ਆ, ਸਿਰਫ ਅੰਦਾਜ਼ ਥੋੜ੍ਹਾ ਜਿਹਾ ਬਦਲ ਗਿਆ, ਥੋੜ੍ਹੀ ਜਿਹੀ ਲੈ ਦਾ ਟੈਂਪੋ ਜਿਹੜਾ, ਕਿਉਂਕਿ ਲੋਕ ਜਿਹੜੇ ਨਾ ਉਹ ਸਲੋ ਸਪੀਡ ਨੂੰ ਇੰਨਾ ਨਹੀਂ ਉਸ ਦੌਰ ਦੇ ਜਿਹੜੇ ਪੁਰਾਣੇ ਜੋ ਉਹ ਹੁਣ ਥੋੜ੍ਹਾ ਜਿਹਾ ਚੇਂਜ ਹੋ ਗਿਆ ਦੌਰ ਦੇ ਮੁਤਾਬਕ। ਇਸ ਵਾਸਤੇ ਪਹਿਲੇ ਵੀ ਹੁੰਦਾ ਆਇਆ ਤਾਂ ਹੁਣ ਵੀ। ਕਵਾਲੀ ਵਿੱਚ ਤਾਲੀਆਂ ਦਾ ਜਿਹੜਾ ਹੈ ਗੱਲ ਇਹ ਬੜੀ ਪੁਰਾਣੀ ਚੱਲੀ ਆ ਰਹੀ ਹਾਲੇ ਤੱਕ ਵੀ। ਇਹ ਕਈ ਲੋਕੀ ਕਹਿੰਦੇ ਉਦੋਂ ਸੀ ਜਦ ਤਾਲੀਆਂ ਦਾ ਜਦੋਂ ਜ਼ਿਆਦਾ ਆਪਣਾ ਨਹੀਂ ਹੁੰਦੇ ਸੀ, ਆਪਣਾ ਮਿਊਜ਼ਿਕ ਦੀਆਂ ਜਿਹੜੀਆਂ ਬਾਜਾ ਜਾਂ ਚੀਜ਼ਾਂ ਨਹੀਂ ਹੁੰਦੀਆਂ ਸੀ। ਹਾਂ, ਤਾਲੀ ਬੜੀ ਪੁਰਾਣੀ ਚੱਲੀ ਆ ਰਹੀ ਕਿਉਂਕਿ ਇਹ ਸਾਡੇ ਤੁਸੀਂ ਦੇਖੋ ਅਰਬ ਕਲਚਰ ਦੇ ਵਿੱਚ, ਇਰਾਨੀ ਕਲਚਰ ਦੇ ਵਿੱਚ ਜਿਹੜੇ ਉਹਦੇ ਪੁਰਾਣੇ ਗੀਤ ਹੈ ਉਹਦੇ ਵਿੱਚ ਦਫ ਦੇ ਨਾਲ ਔਰ ਤਾਲੀਆਂ ਦੇ ਨਾਲ ਉਹਨਾਂ ਦਾ ਜ਼ਿਆਦਾ ਇਸਤੇਮਾਲ ਹੁੰਦਾ ਗਾਣਾ, ਇਹ ਉਦੋਂ ਤੋਂ ਇਹ ਸ਼ਾਮਲ ਹੈ। ਤੁਹਾਡਾ ਖਿਆਲ ਕਵਾਲੀ ਤਾਲੀ ਤੋਂ ਬਗੈਰ ਮੁਕੰਮਲ ਨਹੀਂ ਹੋ ਸਕਦੀ? ਇਹਦੇ ਥੱਲੇ ਵੀ ਇੱਕ ਕਦੀਮੀ ਰਵਾਇਤ ਹੈਗੀ ਸਾਡੀ, ਅਤੇ ਇਹ ਇੱਕ ਇਹਦਾ ਇੱਕ ਮਕਸਦ ਸ਼ਾਮਲ ਕਿਉਂਕਿ ਇਹਦੇ ਨਾਲ ਇੱਕ ਲੈ ਔਰ ਇੱਕ ਇਹਦਾ ਜਿਹੜਾ ਬਣਦਾ ਉਹਦਾ ਸਿਲਸਿਲਾ ਲੈ ਦਾ ਰਿਦਮ ਦਾ ਉਹ ਬੜਾ ਜ਼ਰੂਰੀ। ਤਬਲਾ, ਢੋਲਕ ਔਰ ਤਾਲੀ ਬੜੀ ਜ਼ਰੂਰੀ ਕਵਾਲੀ ਦੇ ਵਿੱਚ। ਲੋਕੀ ਉੱਠ ਕੇ ਰਕਸ ਸ਼ੁਰੂ ਕਰ ਦਿੰਦੇ ਤੁਹਾਡੀ ਕਵਾਲੀ ਦੇ ਦੌਰਾਨ, ਤੁਹਾਨੂੰ ਰਕਸ ਦਾ ਜੀ ਦੋ ਮਤਲਬ ਹੈ। ਇੱਕ ਤਾਂ ਹੁੰਦਾ ਰਕਸ ਵਾਲਹਾਨਾ ਰਕਸ ਜਿਹੜਾ ਹੁੰਦਾ ਇੱਕ ਸਹੀ ਲਗਨ ਦੇ ਨਾਲ, ਸਹੀ ਉਹਦੀ ਇੱਕ ਕੈਫੀਅਤ ਹੁੰਦੀ ਹੈ, ਇੱਕ ਆਪਣੇ ਪੀਰੋ ਮੁਰਸ਼ਦ ਦੀ ਲਗਨ 'ਚ ਹੁੰਦੀ ਹੈ, ਕਈ ਨਾਜ਼ ਸ਼ਰੀਫ ਦੀ ਲਗਨ 'ਚ ਹੁੰਦੀ ਹੈ, ਕਈ ਅੱਲਾਹ ਤਾਲਾ ਦੀ ਲਗਨ 'ਚ ਹੁੰਦੀ ਹੈ। ਉਹ ਤਾਂ ਬਿਲਕੁਲ ਸਹੀ ਹੈ। ਤੇ ਬਾਕੀ ਕਈ ਲੋਕ ਨਮਾਇਸ਼ੀ ਤੌਰ 'ਤੇ ਜਿਹੜਾ ਕਰਦੇ ਨੇ ਉਹ ਨਹੀਂ ਠੀਕ, ਉਹਦੇ ਨਾਲ ਦੂਸਰੇ ਨੂੰ ਡਿਸਟਰਬ ਕਰਦੇ। ਇਹਦੇ ਵਿੱਚ ਇੱਕ ਜਿਹੜੀ ਕਵਾਲੀ ਵਿੱਚ ਕੈਫ ਦੀ ਔਰ ਹੌਲ ਪੈ ਜਾਣੇ ਦਾ ਹੈ ਅਮਲ, ਉਹਦੇ ਬਾਰੇ ਦੱਸੋਗੇ? ਇਹ ਬੜੀ ਪੁਰਾਣੀ ਰਵਾਇਤ ਚਲੀ ਆ ਰਹੀ ਜੀ। ਬਜ਼ੁਰਗਾਂ ਨੇ ਦੀਨ ਬੜੀਆਂ ਉਹ ਕਹਿੰਦੇ ਵੀ ਜਿੱਥੇ ਤੱਕ ਅਸੀਂ ਸੁਣਿਆ ਜਾਂ ਬਜ਼ੁਰਗਾਂ ਤੋਂ ਸੁਣਿਆ ਵੀ ਕਵਾਲੀ ਇੱਕ ਐਸੀ ਚੀਜ਼ ਹੈ ਵੀ ਇਹਦੇ ਨਾਲ ਜਿਹੜਾ ਸਹੀ ਅਹਲੇ ਦਰਦ ਹੋਵੇ, ਅਹਲੇ ਜ਼ੌਕ ਹੋਵੇ, ਤਾਂ ਉਹਦੇ ਨਾਲ ਕਈ ਮੰਜ਼ਿਲਾਂ ਤੈਅ ਉਹਦੀਆਂ ਹੋ ਜਾਂਦੀਆਂ ਜਿਹੜੀਆਂ ਬਰਸਾਂ ਦੀ ਇਬਾਦਤ ਦੇ ਨਾਲ ਨਹੀਂ ਤੈਅ ਹੁੰਦੀਆਂ। ਅਤੇ ਬਜ਼ੁਰਗਾਂ ਨੇ ਜ਼ੌਕ ਜੋ ਕੈਫ ਜਿਹੜਾ ਨਾ ਇਹਦਾ ਬਹੁਤ ਇੱਕ ਖਸੂਸੀ ਹਿੱਸਾ
बल्कि एक ਇਹਦਾ ਵਾਕਿਆ ख्वाजा कुतुबुद्दीन बख्तियार काकी ਦਾ विसाल ही कवाली के दौरान होया। वो बड़ा मशहूर शेर सी, कुश्तगान खंजर तस्लीम रा हर जमात गैब जाने दीगरस। इस शेर के दौरान ही उन्होंने विसाल होया। तो एक कैफ का ये ताल्लुक है, वजद का ये ताल्लुक है कवाली के नाल। तो वो बहुत ज़रूरी हिस्सा। ਕਵਾਲੀ ਗਾਉਂਦੇ ਹੁਣ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ? मैं तकरीबन अंदाज़ा ला लो 27 साल हो गए। ਕਿੰਨੀਆਂ ਕਵਾਲੀਆਂ ਗਾ ਚੁੱਕੇ ਹੋ ਹੁਣ ਤੱਕ ਤਕਰੀਬਨ? हज़ारां की तादाद में जी याद नहीं, तकरीबन 10,000 तो उत्ते गा चुके। ਪਤਾ ਚੱਲਿਆ ਵੀ ਤੁਹਾਡੇ ਵਾਲਿਦ ਸਾਹਿਬ ਚਾਹੁੰਦੇ ਸੀ ਕਿ ਤੁਸੀਂ ਮੌਸੀਕੀ ਵੱਲ ਨਾ ਆਓ ਜਾਂ ਗਾਇਕੀ ਵੱਲ ਨਾ ਆਓ, क्योंकि ये ਡਾਕਟਰ फन ਬਣਾਉਣਾ ਚਾਹੁੰਦੇ ਸੀ। मैं अर्ज करांगा, ਉਹਨਾਂ ਦਾ ਖਿਆਲ ਸੀ ਵੀ ਇਹ ਬੜਾ ਮੁਸ਼ਕਿਲ ਕੰਮ ਹੈ, ਬੜੀ ਰਿਆਜ਼ਤ, ਬੜੀ ਮਿਹਨਤ ਮੰਗਦਾ, ਬੜੀ ਇੱਕ ਫਿਕਰ ਦਾ ਕੰਮ ਹੈ, ਬੜਾ ਗੌਰ ਫਿਕਰ ਕੰਮ ਦਾ ਕਰਨਾ। तो ਉਹ ਸਮਝਦੇ ਸੀ ਵੀ ਮੈਂ ਇਹ ਕੰਮ ਨਹੀਂ ਕਰ ਪਾਊਂਗਾ, ਮੈਂ ਬੜਾ ਮੁਸ਼ਕਿਲ ਕੰਮ ਹੈ, ਕਿਉਂਕਿ ਉਹ ਇਸ ਮੰਜ਼ਿਲ 'ਚੋਂ ਗੁਜ਼ਰੇ ਸੀ। ਸਾਨੂੰ ਤਾਂ ਬੜੀਆਂ ਸਹੂਲਤਾਂ ਇਸ ਦੌਰ 'ਚ ਗੁਜ਼ਰੀਆਂ, ਜਿਸ ਦੌਰ 'ਚ ਉਹਨਾਂ ਨੇ ਨਾਮ ਕੀਤਾ। ਜਦੋਂ ਉਹਨਾਂ ਤੋਂ ਅਸੀਂ ਸੁਣਦੇ ਹੁੰਦੇ ਸੀ ਅਸੀਂ ਹੈਰਾਨ ਹੁੰਦੇ ਸੀ ਵੀ ਇਹਨਾਂ ਨੇ ਕਿਸ ਤਰੀਕੇ ਨਾਲ ਆਪਣੇ ਫਨ ਨੂੰ ਇਹਨੂੰ ਅੱਗੇ ਵਧਾਉਣ ਵਾਸਤੇ, ਤਰੱਕੀ ਵਾਸਤੇ, ਪਤਾ ਨਹੀਂ ਉਹਨਾਂ ਨੇ ਕਈ ਮੀਲ ਪੈਦਲ ਸਫ਼ਰ ਕਰਕੇ ਪ੍ਰੋਗਰਾਮ ਕਰਨ ਵਾਸਤੇ ਜਾਂਦੇ ਹੁੰਦੇ ਸੀ ਉਸ ਦੌਰ ਦੇ ਵਿੱਚ। ਫਿਰ ਉਸ ਦੌਰ ਦੇ ਵਿੱਚ ਜ਼ਰਾਇਆ ਬਲਾਗ ਵੀ ਨਹੀਂ ਸੀ, ਰੇਡੀਓ ਵੀ ਨਹੀਂ ਸੀ, ਟੈਲੀਵਿਜ਼ਨ ਵੀ ਨਹੀਂ ਸੀ, ਰਿਕਾਰਡ ਕੰਪਨੀਆਂ ਵੀ ਨਹੀਂ ਸੀ ਇਸ ਤਰ੍ਹਾਂ। तो ਉਹਨਾਂ ਨੇ ਉਸ ਦੌਰ 'ਚ ਜਦੋਂ ਜਹਿਦ ਕੀਤੀ ਔਰ ਉਸ ਦੌਰ ਦੇ ਵਿੱਚ ਉਹਨਾਂ ਨੇ ਹਿੰਦੁਸਤਾਨ 'ਚ ਪੂਰੇ ਇਹਦਾ ਨਾਮ ਕੀਤਾ, ਮਿਹਨਤ ਕੀਤੀ। ਉਹ ਉਹਨਾਂ ਦਾ ਇਹ ਖਿਆਲ ਸੀ ਵੀ ਮੈਂ ਇਹ ਮਿਹਨਤ ਨਹੀਂ ਕਰ ਸਕਾਂਗਾ। ਉਹ ਇਸ 'ਤੇ ਮੈਨੂੰ ਚਾਹੁੰਦੇ ਸੀ ਵੀ ਅਗਰ ਇਹਨੂੰ ਮੌਸੀਕੀ ਸਿੱਖਣੀ ਹੈ ਤਾਂ ਤੂੰ ਇਹਨੂੰ ਵੈਸੇ ਸ਼ੌਕੀਆ ਅੰਦਾਜ਼ ਨਾਲ ਸਿੱਖ, ਇਹਨੂੰ ਪ੍ਰੋਫੈਸ਼ਨਲੀ ਅੰਦਾਜ਼ ਨਾਲ ਨਾ ਸਿੱਖ। ਅਤੇ ਮੈਨੂੰ ਕਿਉਂਕਿ ਬਚਪਨ ਤੋਂ ਹੀ ਸ਼ੌਕ ਸੀ, ਤਾਂ ਮੈਂ ਉਹ ਜਦੋਂ ਬਚਪਨ 'ਚ ਦੱਸਦੇ ਹੁੰਦੇ ਸੀ ਸ਼ਾਗਿਰਦਾਂ ਨੂੰ, ਤਾਂ ਮੈਂ ਚੋਰੀ ਉਹਨਾਂ ਦਾ ਜੋ ਦੱਸੇ ਹੁੰਦੇ ਸੀ ਖਿਆਲ ਉਹ ਮੈਂ ਯਾਦ ਕਰ ਲੈਂਦਾ ਸੀ। ਤਾਂ ਫਿਰ ਇਸ ਤਰੀਕੇ ਨਾਲ ਮੈਂ ਫਿਰ ਉਹਨਾਂ ਨੇ ਮੈਨੂੰ ਦੇਖ ਲਿਆ ਤੇ ਫਿਰ ਉਹਨਾਂ ਨੇ ਮੈਨੂੰ ਬਕਾਇਦਾ ਦੱਸਣਾ ਸ਼ੁਰੂ ਕਰ ਦਿੱਤਾ। ਕਦੀ ਤੁਸੀਂ ਕਵਾਲੀ ਦੇ ਦੌਰਾਨ ਵੀ ਸੁਰ ਜਿਹੜਾ ਹੈ ਨਾ ਫਿਲਬਦੀ ਸੁਰ ਲਾ ਦਿੰਦੇ ਹੋ? ਜੀ ਹਾਂ, ਇਹ ਸਾਡਾ ਇਹ ਸਾਡਾ ਅੰਦਾਜ਼ ਐਸਾ ਹੈਗਾ ਵੀ ਇਹਦੇ ਵਿੱਚ ਅਸੀਂ ਕੁਝ ਪਹਿਲੇ ਸੋਚਿਆ ਸਮਝਿਆ ਨਹੀਂ ਹੁੰਦਾ ਵੀ ਅਸੀਂ ਕੀ ਕਰਨਾ। ਇਹ ਸਾਡਾ ਸਿਰਫ ਸਾਡੇ ਜਿਹੜੇ ਨਾ ਜ਼ਿਹਨ ਦੇ ਉੱਤੇ ਹੁੰਦੀ ਸਾਰੀ ਗੱਲ, ਉਹ ਖਿਆਲ ਦੇ ਵਿੱਚ ਹੁੰਦੀ ਚੀਜ਼, ਉਹ ਬੋਲਾਂ ਦੇ ਮੁਤਾਬਕ, ਲਫ਼ਜ਼ਾਂ ਦੇ ਮੁਤਾਬਕ ਜਾਂ ਟਿਊਨ ਦੇ ਮੁਤਾਬਕ, ਜਿਹੜੇ ਉਹਦੇ ਵਿੱਚ ਰਾਗ ਇਸਤੇਮਾਲ ਹੁੰਦੇ ਉਹਦੇ ਮੁਤਾਬਕ ਬਾਅਦ ਵਕਤ ਅਸੀਂ ਫਿਰ ਉਹਨੂੰ ਸੁਣਨ ਦੇ ਉੱਤੇ ਵੀ ਸਾਰਾ ਦਾਰਮਦਾਰ ਅੱਗੇ ਦੇਖੀਦਾ ਵੀ ਕਿਸ ਤਰ੍ਹਾਂ ਸਾਮੀਨ ਬੈਠੇ ਆ ਉਹਨਾਂ ਦੇ। ਅਗਰ ਉਹ ਕਲਾਸੀਕਲ ਸੁਣਨਾ ਚਾਹੁੰਦੇ ਤਾਂ ਉਹਦੇ ਵਿੱਚ ਅਸੀਂ ਰਾਗਾਂ ਦਾ ਇਸਤੇਮਾਲ ਵੀ ਕਰਦੇ ਹਾਂ। ਅਗਰ ਦੇਖੀਦਾ ਵੀ ਅਗਰ ਇਹ ਸਿਰਫ ਕਲਾਮ ਹੀ ਸੁਣਨਾ ਚਾਹੁੰਦੇ ਆ ਤਾਂ ਉਹਨੂੰ ਫਿਰ ਅਸੀਂ ਸ਼ੇਰਾਂ ਦੇ ਨਾਲ ਤੇ ਇਹ ਇੱਕ ਇਸੇ ਤਰੀਕੇ ਨਾਲ शीशे च सजाया तेनू दिल वाले शीशे च सजाया दिल कर वेखदा रहा कितना सोना तेनू रब ने बनाया दिल कर वेखदा रहा कितना सोना तेनू रब ने बनाया दिल कर वेखदा रहा कितना सोना तेनू रब ने बनाया। मौसीकी ऐसी चीज़ है कि अगर इसकी सही इसका इस्तेमाल हो तो आदमी दुनिया से बिल्कुल वो किसी और दुनिया में पहुंच जाता है। तो असल मकसद कव्वाली का भी यही है। यही मकसद है। ख़ासतौर पर हमारी मौसीकी, क्लासिकल मौसीकी, हमारी कव्वाली, ये ऐसी चीज़ है, ये एक ऐसे इसको लफ्ज़ों में बयान नहीं किया जा सकता कि ये इसके क्या तासुर क्या है। आदमी की कैफियत के अजीब तरह की हो जाती है जब सुनने वाले की भी और गाने वाले की भी। जब कहीं सच्चा सुर लग जाए या सच्चा कलाम कोई ऐसा उसका असर
बाज़ दफ़ा हमारी खुद भी कैफियत हम पर हो जाती है किसी कलाम की, तो उसका जब असर मिलकर ऑडियंस पर होता है तो उसका एक अजीब ही समा होता है, वो लफ्ज़ों में बयान नहीं किया जाता।